40 ਸਾਲ ਦੀ ਆਂਟੀ ਦਾ 20 ਸਾਲ ਦੇ ਮੁੰਡੇ ਨਾਲ ਚੱਕਰ ਜਣਾ। ਸਾਰੀ ਜ਼ਿੰਦਗੀ ਯੂਰਪ ਮਜ਼ਦੂਰੀ ਕਰਦਾ ਰਿਹਾ। ਤੂੰ ਘਰ ਦੇ ਵਿਆਹ ਵੀ ਵਿਚਾਰੇ ਦਾ ਲੇਟ ਕੀਤਾ। ਜਨਾਨੀ ਨਾਲ ਚਮੁੱਟਿਆ ਲੈਂਦਾ ਨਹੀਂ ਸੀ। ਜੋ ਜਨਾਨੀ ਆਖਦੀ ਸੀ ਉਹ ਹੀ ਕਰਦਾ। ਕਦੇ ਜਨਾਨੀ ਲੈ ਕੇ ਮਰੀ ਗਈ ਹੈ, ਕਦੇ ਲਾਹੌਰ ਗਿਆ, ਕਦੇ ਸ਼ਹਿਰ ਦਾਵਤਾਂ ਖਾਣ ਗਿਆ। ਜੇ ਘਰ ਕੋਈ ਚੀਜ਼ ਲੈ ਕੇ ਆਉਂਦਾ ਚੋਰੀ ਛੁਪੇ ਜਨਾਨੀ ਨੂੰ ਕਮਰੇ 'ਚ ਖਵਾਲ ਕੇ ਫਿਰ ਬਾਹਰ ਆਉਂਦੇ ਘਰ ਦੇ ਸਾਰਾ ਡਰਾਮਾ ਤੱਕਦੇ ਰਹੇ, ਲੇਕਿਨ ਉਹਨਾਂ ਕੁਝ ਨਹੀਂ ਆਖਿਆ। ਉਹਨਾਂ ਕਿ ਅੱਗੇ ਮੁੰਡੇ ਦਾ ਵਿਆਹ ਲੇਟ ਕੀਤਾ, ਜੋ ਇਹ ਕਰਨਾ ਚਾਹੁੰਦਾ ਇਹਨੂੰ ਕਰਨ ਦਿਓ। ਜਵਾਨ ਛੁੱਟੀ ਕੱਢ ਕੇ ਜਿਸ ਵੇਲੇ ਵਾਪਸ ਟੁਰ ਗਿਆ, ਮਹੀਨੇ ਬਾਅਦ ਅੰਮਾ ਨੇ ਫੋਨ ਕੀਤਾ। ਉਹਨਾਂ ਕਿਹਾ ਪੁੱਤਰ ਗੱਲ ਸੁਣ, ਤੇਰੀ ਜਨਾਨੀ ਤੇ ਸਾਡੀ ਗੱਲ ਹੀ ਕੋਈ ਨਹੀਂ ਸੁਣਦੀ। ਸੁਬਹ ਉੱਠਦੀ ਹੈ, ਨਵਾਂ ਸੂਟ ਪਾ ਕੇ ਮੇਕਅਪ ਕਰਕੇ ਬਹਿ ਰਹਿੰਦੀ ਹੈ, ਕੰਮ ਨੂੰ ਹੱਥ ਹੀ ਨਹੀਂ ਲਾਉਂਦੀ। ਕਹਿੰਦਾ ਹਲਾ ਅੰਮਾ ਮੈਂ ਗੱਲ ਕਰਾਂਗਾ ਉਹਦੇ ਨਾਲ। ਉਹਨੇ ਪੋਲੀ ਜੀ ਜਨਾਨੀ ਨਾਲ ਗੱਲ ਕੀਤੀ। ਜਨਾਨੀ ਗੁੱਸਾ ਕਰੀ। ਉਹਨੇ ਕਿਹਾ ਗੱਲ ਸੁਣ, ਸਾਰੇ ਸੂਟ ਤੂੰ ਮੈਨੂੰ ਲੈ ਕੇ ਦੇ ਕੇ ਗਏ, ਮੈਂ ਪਾਣਾ ਤੇ ਪੇਟੀਆਂ 'ਚ ਰੱਖ ਕੇ ਖਰਾਬ ਕਰਾਂ। ਜਿਹੜਾ ਉੱਥੇ ਚੁੱਪ ਹੋ ਗਿਆ ਕਿ ਵਿਆਹ ਬੜਾ ਲੇਟ ਹੋਇਆ ਸੀ, ਕਿਰੇ ਸੋਚਦਾ ਸੀ ਕਿ ਜਨਾਨੀ ਨਾਰਾਜ਼ ਹੀ ਨਾ ਹੋ ਜਾਏ। ਕਹਿੰਦਾ ਹਲਾ ਥੋੜੀ ਬਹੁਤ ਅੰਮਾ ਦੀ ਗੱਲ ਸੁਣ ਲਿਆ ਕਰ। ਚੁੱਪ ਹੋ ਗਿਆ। ਕਰਦਿਆਂ ਕਰਾਇਆ ਸਿਰਫ 5 ਸਾਲ ਗੁਜ਼ਰ ਗਏ। ਜਨਾਨੀ ਦੀਆਂ ਸ਼ਿਕਾਇਤਾਂ ਅਕਸਰ ਲਾਉਂਦੇ ਸੀ, ਲੇਕਿਨ ਜਿਹੜਾ ਉਹ ਸੁਣਦਾ ਕੋਈ ਨਹੀਂ ਸੀ। 5 ਸਾਲ ਬਾਅਦ ਅੰਮਾ ਨੇ ਆਖਿਆ ਪੁੱਤਰ ਨੂੰ, ਪੁੱਤਰ ਗੱਲ ਸੁਣ, ਨਾ ਤੇ ਤੈਨੂੰ ਇਹਦੇ 'ਚੋਂ ਔਲਾਦ ਹੋਈ ਹੈ ਤੇ ਨਾ ਇਹ ਸਾਡੀ ਗੱਲ ਸੁਣਦੀ ਹੈ, ਸਿਰਫ ਮੇਕਅਪ ਕਰਕੇ ਸ਼ਹਿਰ ਟੁੱਟ ਜਾਂਦੀ ਹੈ। ਤੂੰ ਇਹਨੂੰ ਜਿਹੜਾ ਤਲਾਕ ਦੇ। ਕਹਿੰਦਾ ਹਲਾ ਮੈਂ ਇਹਨੂੰ ਤਲਾਕ ਦੇ ਦਿਆਂਗਾ। ਜਵਾਨ ਜਿੱਥੇ ਯੂਰਪ ਰਹਿੰਦਾ ਉੱਥੇ ਕਿਹਦਾ ਯਾਰ ਰਹਿੰਦਾ ਨਾਲ। ਉਹਨੂੰ ਕਹਿੰਦਾ ਕਿ ਯਾਰ ਮੇਰੀ ਗੱਲ ਸੁਣ, ਘਰ ਦੇ ਜਿਹੜੇ ਨੇ ਮੇਰੀ ਜਨਾਨੀ ਨੂੰ ਪਸੰਦ ਨਹੀਂ ਕਰਦੇ, ਕਹਿੰਦੇ ਨੇ ਉਹਨੂੰ ਤਲਾਕ ਦੇ, ਲੇਕਿਨ ਮੈਂ ਜਨਾਨੀ ਆਪਣੀ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ, ਮੈਂ ਉਹਨੂੰ ਪਿਆਰ ਕਰਨਾ। ਤੂੰ ਇੰਜ ਕਰ, ਮੈਨੂੰ ਸ਼ਹਿਰ ਕੋ ਮਕਾਨ ਤੱਕ ਦੇ ਕਿਰਾਏ ਦਾ, ਜੇ ਮੇਰੀ ਜਨਾਨੀ ਦਾ ਉੱਥੇ ਦਿਲ ਲੱਗ ਗਿਆ ਤਾਂ ਉੱਥੇ ਮੈਂ ਮਕਾਨ ਖਰੀਦ ਲਾਂਗਾ। ਆਂਦਾ ਹਲਾ ਮੈਂ ਤੈਨੂੰ ਤੱਕ ਦੇਣਾ। ਉਹਨੇ ਮਕਾਨ ਤੱਕ ਦਿੱਤਾ ਕਿਰਾਏ ਦਾ। ਜਿਸ ਵੇਲੇ ਅੰਮਾ ਨੂੰ ਆਂਦਾ ਕਿ ਮੈਂ ਇਹਨੂੰ ਸ਼ਿਫਟ ਕਰਨ ਲਿਆ ਉੱਥੇ, ਅੰਮਾ ਗੁੱਸਾ ਕਰ ਗਈ, ਰੋਣ ਲੱਗ ਪਈ। ਉਹਨੇ ਕਿਹਾ ਪੁੱਤਰ ਗੱਲ ਸੁਣ, ਇਹਦੀਆਂ ਆਦਤਾਂ ਨਹੀਂ ਠੀਕ ਹੈ, ਇਹਨੂੰ ਕਿਉਂ ਤੂੰ ਸ਼ਹਿਰ ਲੈ ਚੱਲੇ, ਤੂੰ ਇੱਥੇ ਰਹਿਣ ਦੇ, ਜੇ ਇਹਨੂੰ ਤੂੰ ਰੱਖਣਾ। ਆਂਦਾ ਨਹੀਂ ਅੰਮਾ ਮੈਂ ਇਹਨੂੰ ਉੱਥੇ ਲੈ ਚੱਲਾਂ, ਬਿਹਤਰ ਹੈ ਤੁਹਾਨੂੰ ਨਾ ਹੀ ਤੰਗ ਕਰੇ। ਅੰਮਾ ਰੋਈ ਬਾਰ ਚੁੱਪ ਕਰ ਗਈ। ਜਵਾਨ ਆਪੂ ਵੀ ਪਾਕਿਸਤਾਨ ਆਇਆ, ਜਨਾਨੀ ਨੂੰ ਉੱਥੇ ਜਾ ਕੇ ਸ਼ਿਫਟ ਕੀਤਾ, ਸਾਰੀਆਂ ਚੀਜ਼ਾਂ ਲੈ ਦੇ ਕੇ ਗਿਆ। ਅੱਗੋਂ ਗੁਆਂਢੀਆਂ ਦੇ ਘਰ ਗਿਆ, ਉਹਨਾਂ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਅਸੀਂ ਤੁਹਾਡੇ ਗੁਆਂਢ ਆਏ ਆ ਤੇ ਉਹਨਾਂ ਦਾ ਮੁੰਡਾ ਸੀ 20 ਸਾਲ ਦਾ। ਉਹਨੂੰ ਕਹਿੰਦਾ ਕਿ ਯਾਰ ਤੂੰ ਜਿਹੜਾ ਸਾਡੇ ਘਰ ਦਾ ਕੋਈ ਵੀ ਕੰਮ ਹੋਵੇ ਤੂੰ ਕਰ ਦਿਆ ਕਰ, ਆਂਟੀ ਜਿਹੜਾ ਤੈਨੂੰ ਕੰਮ ਆਖੇ ਤੂੰ ਕਰ ਦਿਆ ਕਰ, ਮਹੀਨੇ ਬਾਅਦ ਜਿਹੜਾ ਤੈਨੂੰ ਮੈਂ 10,000 ਰੁਪਇਆ ਦੇ ਦਿਆ ਕਰਾਂਗਾ। ਜਵਾਨ ਖੁਸ਼। ਉਹਨੇ ਕਿਹਾ ਠੀਕ ਹੈ, ਤੁਸੀਂ ਅੰਕਲ ਪਰੇਸ਼ਾਨ ਨਾ ਹੋਵੋ, ਮੈਂ ਸਾਰੇ ਤੁਹਾਡੇ ਘਰ ਦੇ ਕੰਮ ਕਰ ਦਿਆ ਕਰਾਂਗਾ। ਉਹ ਜਵਾਨ ਜਿਹੜਾ ਆਪੂ ਵਾਪਸ ਟੁਰ ਗਿਆ ਖੁਸ਼ ਹੋ ਕੇ, ਚਲੋ ਜਨਾਨੀ ਦੇ ਪੇ ਕੰਮ ਹੋਣਗੇ। ਜਿਸੇ ਵਾਪਸ ਟੁਰ ਗਿਆ ਜ਼ਾਰੀ ਗੱਲ ਆ, ਫਿਰ ਉਹ ਜਨਾਨੀ ਨੇ ਗੁਆਂਢੀਆਂ ਦੇ ਘਰ ਹੀ ਆ ਕੇ ਬਹਿਣਾ ਸੀ। ਮੁੰਡਾ ਜਿਹੜਾ ਅਕਸਰ ਜਿਹੜਾ ਉਹ ਜਨਾਨੀ ਕੋਲ ਜਾਂਦਾ, ਆਂਟੀ ਚਲੋ ਆ ਜੇ ਬਾਜ਼ਾਰ ਜਾਣਾ ਸੌਦਾ ਲੈ ਆਉਣਾ, ਆਂਟੀ ਆਪੂ ਨਾਲ ਉਹਦੇ ਜਾਂਦੀ ਸੀ। ਆਂਟੀ ਅੱਗੇ ਬੜੀ ਤਿਆਰ ਸ਼ਿਆਰ ਹੋ ਕੇ ਰਹਿੰਦੀ ਸੀ, ਸੋਹਣਾ ਮੇਕਅਪ ਸ਼ਪ ਕਰਦੀ ਸੀ, ਉਹਨਾਂ ਨਾਲ ਚੰਗੀ ਭਲੀ ਉਹਦੀ ਗੱਲਬਾਤ ਹੋ ਗਈ। ਅੱਗੋਂ ਕਰਦਿਆਂ ਕਰਿਆ ਮੁੰਡੇ ਦੇ ਬਹੁਤ ਜ਼ਿਆਦਾ ਕਲੋਜ਼ ਹੋ ਗਈ। ਆਪੇ ਜਿਹੜਾ ਰਾਤੀ ਇਕੱਠੇ ਹੀ ਸੌਣ ਲੱਗ ਪਏ ਉੱਥੇ। ਉਹਦੇ ਘਰਦਿਆਂ ਨੂੰ ਪਤਾ ਸੀ, ਲੇਕਿਨ ਆਂਟੀ ਐਡੀ ਹੁਸ਼ਿਆਰ ਸੀ, ਉਹਨਾਂ ਦੇ ਘਰ ਵਾਸਤੇ ਸੌਦਾ ਲੈ ਆਉਂਦੀ ਸੀ, ਕੋਈ ਫਰੂਟ ਲੈ ਆਉਂਦੀ ਸੀ, ਸਮੋਸੇ ਲੈ ਆਉਂਦੀ ਸੀ, ਪਕੌੜੇ ਲੈ ਆਉਂਦੇ ਸੀ, ਤਾਂ ਕਿ ਉਹਨਾਂ ਦੇ ਘਰਦਿਆਂ ਦਾ ਮੂੰਹ ਬੰਦ ਰਵੇ, ਕੋਈ ਗੱਲ ਨਾ ਕਰਨ। ਇੱਕ ਦਿਨ ਮੁੰਡੇ ਦੀ ਅੰਮਾ ਜਿਹੜੀ ਹੈ ਸ਼ਹਿਰ ਆਈ, ਚਲੋ ਮੈਂ ਉਹਨੂੰ ਜਾ ਕੇ ਮਿਲ ਹੀ ਆਵਾਂ। ਜਿਸ ਵੇਲੇ ਆਈ ਤੇ ਅੱਗੇ ਤੱਕਿਆ ਤੇ ਮੁੰਡਾ 20 ਸਾਲ ਦਾ ਪਿੱਛੇ ਜਿਹੜਾ ਇਹਦੀ ਨੋਹ ਬੈਠੀ ਕਲਾਵਾ ਮਾਰ ਕੇ ਉਹਨੂੰ ਤੱਕ ਕੇ ਹੈਰਾਨ ਪਰੇਸ਼ਾਨ ਹੋ ਗਈ। ਉਹਨੇ ਮੁੰਡੇ ਨੂੰ ਫੋਨ ਕੀਤਾ। ਉਹਨੇ ਕਿਹਾ ਪੁੱਤਰ ਗੱਲ ਸੁਣ, ਤੇਰੀ ਜਨਾਨੀ ਤੇ ਬੜੀ ਖਰਾਬ ਹੋਈ ਹੈ, ਉਹ ਤੇ ਇੱਕ ਜਵਾਨ ਮੁੰਡੇ ਨਾਲ ਪਿੱਛੇ ਬਹਿ ਕੇ ਉਹਨੂੰ ਕਲਾਵਾ ਮਾਰ ਕੇ ਸ਼ਹਿਰ ਪੀ ਜਾਂਦੀ ਸੀ। ਆਂਦਾ ਅੰਮਾ ਤੁਸੀਂ ਫਿਕਰ ਨਾ ਕਰੋ, ਉਸ ਮੁੰਡੇ ਨੂੰ ਮੈਂ ਹੀ ਆਖਿਆ, ਉਹਨੂੰ ਮੈਂ 10,000 ਤੇ ਰੱਖਿਆ। ਮੈਂ ਉਹਨੂੰ ਆਖਿਆ ਤੂੰ ਸਾਡੇ ਘਰ ਦਾ ਕੋਈ ਵੀ ਕੰਮ ਹੋਵੇ, ਤੇਰੀ ਆਂਟੀ ਨੇ ਸ਼ਹਿਰ ਜਾਣਾ ਹੋਵੇ ਤੇ ਇਹਨੂੰ ਜਾ ਕੇ ਕੁਝ ਸੌਦਾ ਸ਼ੁਦਾ ਲੈ ਦਿਆ ਕਰ। ਉਹਨੇ ਆਖਿਆ ਪੁੱਤਰ ਇਹ ਕੋਈ ਕੰਮ ਚੰਗਾ ਨਹੀਂ ਹੈ, ਇਹ ਤੂੰ ਇੰਜ ਨਾ ਕਰ, ਇੰਜ ਕਰ ਆਪਣੀ ਭੈਣ ਨੂੰ ਇਹਦੇ ਕੋਲ ਛੱਡ ਦੇ। ਉਹਨੇ ਆਖਿਆ ਨਹੀਂ ਅੰਮਾ ਇਹ ਬਿਲਕੁਲ ਠੀਕ ਹੈ, ਸਾਨੂੰ ਕੋਈ ਪਰੇਸ਼ਾਨੀ ਨਹੀਂ, ਹੁਣ ਅਸੀਂ ਅੱਗੋਂ ਆਪਣਾ ਮਕਾਨ ਖਰੀਦਣਾ। ਜਵਾਨ ਜਿਹੜਾ ਹੋਰ ਜੋਸ਼ੀਲਾ ਹੋਇਆ ਸੀ ਕਿ ਘਰ ਦੇ ਸ਼ਾਦੀ ਤੇ ਤੂੰ ਸੜਦੇ ਰੁਪਏ। ਜਵਾਨ ਉੱਥੇ ਮਿਹਨਤ ਰੱਜ ਕਰਦਾ ਸੀ ਯੂਰਪ, ਲੇਕਿਨ ਜੋ ਪੈਸੇ ਹੁੰਦੇ ਸੀ ਜਨਾਨੀ ਨਹੀਂ ਟੋਰਦਾ। ਔਰ ਮਿਹਨਤ ਆਪਣੀ ਸਾਰੀ ਹੈ ਜਨਾਨੀ ਨਹੀਂ ਟੋਰਦਾ। ਜਨਾਨੀ ਜਿਹੜੇ ਇਕੱਠੇ ਕਰ ਰਹੀ ਸੀ, ਆਦੀ ਸੀ ਚਲੋ ਸਹੀ ਹੈ ਅਸੀਂ ਮਕਾਨ ਤੱਕਨੇ ਆ। ਜਿੰਨਾ ਪੈਸਾ ਉੱਥੇ ਆ ਰਿਹਾ ਸੀ ਆਸਤਾ ਆਸਤਾ ਕਰਦਿਆਂ ਕਰਾਇਆ ਜਿਹੜਾ ਬੰਦਿਆਂ 'ਚ ਪਤਾ ਲੱਗਣ ਲੱਗ ਪਿਆ ਜਣੇ ਨੂੰ ਕਿ ਜਿਹੜਾ ਨਾ ਉਹ ਮੁੰਡਾ ਜਿਹੜਾ ਇਹਨਾਂ ਦੇ ਘਰ ਵੜਿਆ ਰਹਿੰਦਾ। ਬੰਦੇ ਜ਼ਾਹਿਰੀ ਗੱਲ ਆ ਫਿਰ ਗੱਲ ਪਹੁੰਚਾ ਹੀ ਦਿੰਦੇ ਨੇ, ਅੱਗੇ ਪਿੱਛੇ ਬੰਦਿਆਂ ਕੋਲ ਨੰਬਰ ਹੈ ਸੀ। ਉਹਨਾਂ ਕਿਹਾ ਫੋਟੋਆਂ ਛੋਟੋਆਂ ਨਾ ਭੇਜੋ। ਉਹਨਾਂ ਕਿਹਾ ਰਾਤੀ ਪੂਰੀ ਇੱਥੇ ਹੀ ਰਹਿੰਦਾ। ਉਹਨੂੰ ਜਿਸ ਵੇਲੇ ਪਤਾ ਲੱਗਾ ਉਹ ਬੜਾ ਗੁੱਸਾ ਕਰ ਗਿਆ। ਜਿਸ ਵੇਲੇ ਉਹ ਵਾਪਸ ਆਇਆ ਆ ਕੇ ਜਨਾਨੀ ਨੂੰ ਆਖਦਾ ਕਿ ਗੱਲ ਸੁਣ, ਅੱਜ ਤੋਂ ਬਾਅਦ ਜਿਹੜਾ ਇਹ ਮੁੰਡਾ ਤੇਰਾ ਕੋਈ ਕੰਮ ਨਹੀਂ ਕਰਨ ਲੱਗਾ, ਅਸੀਂ ਫਲਾਣੀ ਜਗ੍ਹਾ ਤੇ ਮਕਾਨ ਖਰੀਦਣਾ ਤੇ ਉੱਥੇ ਟੁਰ ਜਾਣਾ। ਆਂਦੀ ਹੈ ਠੀਕ ਹੈ ਕੋਈ ਮਸਲਾ ਨਹੀਂ। ਪਰ ਜਣਾ ਜਿਸ ਵੇਲੇ ਵਾਪਸ ਟੁਰ ਗਿਆ ਫਿਰ ਇਹ ਮਕਾਨ ਸ਼ਾਨ ਕੋਈ ਨਹੀਂ ਸੀ ਖਰੀਦਿਆ। ਜਨਾਨੀ ਨੇ ਪਿੱਛੋਂ ਫੋਨ ਕੀਤਾ। ਉਹਨੇ ਆਖਿਆ ਗੱਲ ਸੁਣ, ਤੂੰ ਮੇਰੇ ਤੇ ਸ਼ੱਕ ਕੀਤਾ, ਮੈਂ ਤੇਰੇ ਨਾਲ ਕੋਈ ਨਹੀਂ ਰਹਿਣਾ, ਮੈਂ ਤੇਰੇ ਕੋਲੋਂ ਤਲਾਕ ਲੈਣੀ ਹੈ। ਉਹ ਕਹਿੰਦਾ ਤਲਾਕ ਕਿਉਂ ਲੈਣੀ ਹੈ, ਮੈਂ ਅੱਗੇ ਤੈਨੂੰ ਇੰਨੇ ਅਰਸੇ ਤੂੰ ਰੱਖਿਆ ਤੇ ਤੂੰ ਇਹ ਕੰਮ ਨਾ ਕਰ। ਆਂਦੀ ਹੈ ਨਹੀਂ ਮੈਂ ਨਹੀਂ ਹੁਣ ਤੇਰੇ ਨਾਲ ਰਹਿਣਾ ਤੇ ਮੈਂ ਤੇਰੇ ਕੋਲੋਂ ਤਲਾਕ ਲੈਣੀ ਹੈ। ਉਹਨੇ ਆਖਿਆ ਠੀਕ ਹੈ ਤੂੰ ਤਲਾਕ ਲੈਣੀ ਹੈ, ਜਿਹੜਾ ਮੈਂ ਤੈਨੂੰ ਪੈਸਾ ਭੇਜਿਆ ਜੋ ਵੀ ਭੇਜਿਆ ਤੂੰ ਇੰਜ ਕਰ, ਮੈਨੂੰ ਜਿਹੜਾ ਤੂੰ ਵਾਪਸ ਕਰ ਦੇ, ਮੈਂ ਤੈਨੂੰ ਤਲਾਕ। ਉਹਨੇ ਆਖਿਆ ਕਿਹੜਾ ਪੈਸਾ, ਮੇਰੇ ਕੋਲ ਤੇਰਾ ਕੋਈ ਪੈਸਾ ਨਹੀਂ, ਇਹ ਜੋ ਕੁਝ ਹੈ ਮੇਰਾ ਹੀ ਹੈ। ਉਹਨੇ ਜਨਾਬ ਜੋ ਜ਼ੇਵਰ ਹੈ ਸੀ, ਜੋ ਪੈਸਾ ਸੀ, ਇੱਥੇ ਓਵਰ ਟਾਈਮ ਲਾ ਕੇ ਬਾਹਰ ਉਹਨੇ ਸਾਰਾ ਪੈਸਾ ਜਮ੍ਹਾਂ ਕੀਤਾ ਸੀ ਤਾਂ ਕਿ ਆਪਣਾ ਉੱਥੇ ਸ਼ਹਿਰ ਮਕਾਨ ਲਵਾਂਗਾ ਤੇ ਇਸੇ ਜਨਾਨੀ ਨੂੰ ਰੱਖਾਂਗਾ, ਕਿਉਂਕਿ ਇਹਦੇ 'ਚ ਔਲਾਦ ਵੀ ਕੋਈ ਨਹੀਂ, ਲੇਕਿਨ ਫਿਰ ਵੀ ਉਹੀ ਚਾਹੁੰਦਾ ਸੀ ਕਿ ਇਹਨੂੰ ਮੈਂ ਵਸਾਵਾਂ। ਲੇਕਿਨ ਬਹਰਹਾਲ ਉਹ ਜਨਾਨੀ ਨੇ ਆਖਿਆ ਮੈਂ ਤਲਾਕ ਲੈਣੀ ਹੈ। ਉਹਨੇ ਜਨਾਬ ਉਹਨੂੰ ਤਲਾਕ ਦਿੱਤੀ। ਸਾਰਾ ਪੈਸਾ ਜਿਹੜਾ ਉਹ ਜਨਾਨੀ ਹੜੱਪ ਕਰ ਗਈ। ਅੱਗੂ ਜਿਹੜੀ ਉਹ ਜਨਾਨੀ ਸੀ ਉਸੇ ਮੁੰਡੇ ਨਾਲ ਉਸੇ ਤਰ੍ਹਾਂ ਰਹਿ ਰਹੀ ਸੀ। ਅੱਗੂ ਉਹਨਾਂ ਦੇ ਘਰ ਆ ਕੇ ਆਪੂ ਬਜ਼ਾਤੇ ਖੁਦ ਗੱਲ ਕੀਤੀ। ਉਸ ਕਹਿੰਦੀ ਹੈ ਕਿ ਇਸ ਤਰ੍ਹਾਂ ਮੈਂ ਆਪਣੇ ਜਣੇ ਕੋਲੋਂ ਤਲਾਕ ਲੈ ਲਈ ਹੈ। ਉਹਨਾਂ ਨੂੰ ਜ਼ਾਰੀ ਗੱਲ ਲੱਗ ਗਈ, ਖਵਾਉਂਦੀ ਪਿਆਂਦੀ ਸੀ। ਉਹ ਆ ਕੇ ਉਹਨਾਂ ਦੇ ਘਰ ਆਖਦੀ ਹੈ ਕਿ ਤੁਸੀਂ ਇੰਜ ਕਰੋ, ਆਪਣੇ ਮੁੰਡੇ ਦੀ ਜਿਹੜਾ ਮੇਰੇ ਨਾਲ ਸ਼ਾਦੀ ਕਰ ਦਿਓ, ਮੇਰੇ ਕੋਲ ਪੈਸਾ ਬਹੁਤ ਹੈ, ਅੱਗੂ ਮੈਂ ਆਪਣਾ ਮਕਾਨ ਖਰੀਦ ਲੈਣਾ ਹੈ ਤੇ ਮੈਂ ਬਜਾਏ ਕਿਸੇ ਹੋਰ ਨਾਲ ਸ਼ਾਦੀ ਕਰਾਂ। ਮੁੰਡਾ ਮੈਨੂੰ ਤੁਹਾਡਾ ਬੜਾ ਪਸੰਦ ਹੈ, ਨਾਲੇ ਘਰ ਦੀ ਗੱਲ ਹੈ, ਤੁਸੀਂ ਵੀ ਮੈਨੂੰ ਜਾਣਦੇ ਹੋ। ਉਹਨਾਂ ਘਰ
ਘਰਦਿਆਂ ਨੇ ਇੱਕ ਵਾਰੀ ਵੀ ਨਾ ਕੀਤੀ। ਉਹਨਾਂ ਕਿਹਾ ਚਲੋ ਜੀ ਸਾਨੂੰ ਮਨਜ਼ੂਰ ਹੈ, ਸਾਨੂੰ ਕੋਈ ਮਸਲਾ ਨਹੀਂ। ਉਹਨਾਂ ਕਿਹਾ ਇੱਕੋ ਕਾਰ 'ਚ ਅਸੀਂ ਸ਼ਿਫਟ ਹੋ ਜਾ, ਮੈਂ ਨਵਾਂ ਮਕਾਨ ਲੈਣੀ ਆ। ਤੇ ਉਹ ਜਨਾਬ ਉਹਨਾਂ ਨੇ ਮੁੰਡੇ ਨਾਲ ਨਿਕਾਹ ਕਰਾ ਦਿੱਤਾ ਉਹਦਾ। ਆਪੂ ਜਿਹੜਾ ਆਂਟੀ ਬੜੀ ਖੁਸ਼ ਰਹਿਣ ਲੱਗ ਪਈ। ਲੇਕਿਨ ਜਵਾਨ ਅੱਗੇ ਉਮਰ ਢੇਰ ਹੋਈ ਸੀ, ਲੇਕਿਨ ਫਿਰ ਉਹਨੂੰ ਇੱਕ ਵਡੇਰੀ ਜੀ ਲੱਭੀ। ਉਹ ਕੀ ਕਰ ਸਕਦਾ, ਉੱਥੇ ਜਾ ਕੇ ਮੁੰਡੇ ਨਾਲ ਰਹੀ, ਆਪਣਾ ਮਕਾਨ ਖਰੀਦ ਕੇ ਯਾਸ਼ੀ ਕਰਨ ਲੱਗ ਪਈ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਪੈਸਾ ਜਿਹੜਾ ਕੁਝ ਆਪਣੇ ਕੋਲ ਵੀ ਸੇਫ ਰੱਖਿਆ ਕਰੋ। ਸਾਰਾ ਪੈਸਾ ਜਿਹੜਾ ਜਨਾਨੀ ਕੋਲ ਵੀ ਚੰਗਾ ਨਹੀਂ ਹੈ। ਜੇ ਇਸ ਤਰ੍ਹਾਂ ਕਲਮ ਕੱਲੀ ਹੈ, ਮਾਪਿਓ ਦੀ ਗੱਲ ਸੁਣੀ ਹੋਵੇ ਤੇ ਇਹ ਕੰਮ ਨਹੀਂ ਸੀ ਹੋਣਾ। ਮਾਪਿਓ ਦੀ ਗੱਲ ਨਹੀਂ ਸੁਣੀ ਤੇ ਇਤਨਾ ਨੁਕਸਾਨ ਹੋ ਗਿਆ। ਤੇ ਕੋਸ਼ਿਸ਼ ਕਰਿਆ ਕਰੋ, एहतियात करनी चाहिए। बाकी अगर मेरी वीडियो अच्छी लगी हो तो लाइक जरूर करा करो, कमेंट्स करा करो, सब्सक्राइब कर दो तो दिल खुश होता। दुआ याद रखियो, अपनी सेहत का ख्याल रखियो। अल्लाह हाफिज़।